जिंदाबाद जिंदाबाद जिंदाबाद। वो महिलाओं बच्चों की एकता जिंदाबाद जिंदाबाद जिंदाबाद। लड़ेंगे भाई लड़ेंगे, जीतेंगे भाई जीतेंगे, लड़ेंगे भाई लड़ेंगे, जीतेंगे भाई जीतेंगे। कल भी हम ही जीते थे, आज भी हम ही जीतेंगे, कल भी वो ही हारे थे, आज भी वही हारेंगे। मजदूरों का संघर्ष जिंदाबाद, जिंदाबाद जिंदाबाद, मजदूरों किसानों महिलाओं बच्चों का संघर्ष जिंदाबाद। जिंदाबाद जिंदाबाद। ਸੋ ਪਿਆਰੇ ਦਰਸ਼ਕੋ, ਬਹੁਤ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ। ਜਿੱਦਾਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ, ਰੁੱਧਪੁਰ ਸਿਡਕੂਲ ਦੀ ਇੰਟਰਾਰ ਕੰਪਨੀ ਜਿਹੜੀ ਹੈਗੀ ਹੈ, ਮਾਰਚ ਤੋਂ 16 ਮਾਰਚ ਤੋਂ ਤਾਲਾਬੰਦੀ ਉਹਦੇ ਵਿੱਚ ਹੋਈ ਹੈ। ਸੋ ਮਜ਼ਦੂਰ ਲੰਮੇ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ 24 ਘੰਟੇ ਨਿਰੰਤਰ ਸੰਘਰਸ਼ ਕਰ ਰਹੇ ਨੇ। ਬਿਲਕੁਲ ਜੀ ਸੱਚ ਤੁਸੀਂ ਕਿਹਾ, 24 ਘੰਟੇ ਨਾਨ ਸਟਾਪ ਲਗਾਤਾਰ। ਅਜੇ ਵੀ ਤੁਸੀਂ ਦੇਖ ਰਹੇ ਹੋ ਇਸ ਵੇਲੇ ਮਜ਼ਦੂਰ ਜਿਹੜੇ ਨੇ ਉਹ ਧਰਨੇ ਤੇ ਬੈਠੇ ਨੇ ਆਪਣੀ ਮੰਗਾਂ ਨੂੰ ਲੈ ਕੇ। ਸੋ ਲਗਭਗ 2-3 ਦਿਨ ਪਹਿਲਾਂ ਆਪਾਂ ਤੁਹਾਨੂੰ ਕਵਰ ਕਰਕੇ ਦਿਖਾਇਆ ਸੀ ਕਿ ਬੱਚਿਆਂ ਸਮੇਤ ਮਹਿਲਾਵਾਂ ਸਮੇਤ ਇਹਨਾਂ ਨੇ ਡੀਐਮ ਸਾਹਿਬ ਦੇ ਕਾਰਿਆਲੇ ਦੇ ਸਾਹਮਣੇ ਖੁੱਲੇ ਅਸਮਾਨ ਦੇ ਥੱਲੇ ਭਾਰੀ ਬਰਸਾਤ ਦੇ ਵਿੱਚ ਜਿਹੜਾ ਪ੍ਰੋਟੈਸਟ ਕੀਤਾ ਸੀ ਤੇ ਬਰਸਾਤ ਵਿੱਚ ਭਿੱਜ ਕੇ ਛੋਟੇ ਬੱਚਿਆਂ ਨੇ ਮੰਗ ਰੱਖੀ ਸੀ ਕਿ ਡੀਐਮ ਸਾਹਿਬ ਨੂੰ ਉਹਨਾਂ ਨੇ ਮੈਮੋਰੈਂਡਮ ਦੇਣਾ ਇਹਦੇ ਤੋਂ ਰਿਲੇਟਡ। ਲੇਕਿਨ ਡੀਐਮ ਸਾਹਿਬ ਉੱਥੇ ਮੌਕੇ ਤੇ ਨਹੀਂ ਆਏ ਸੀ। ਸੋ ਉਹ ਖਬਰ ਜਿਹੜੀ ਹੈ ਬਹੁਤ ਵਾਇਰਲ ਹੋਈ ਹੈ। ਕਿਤੇ ਨਾ ਕਿਤੇ ਹੁਣ ਇੱਕ ਛੋਟੀ ਜੀ ਰਾਹਤ ਮਿਲੀ ਹੈ ਇਹਨਾਂ ਮਜ਼ਦੂਰਾਂ ਨੂੰ। ਇੰਟਰਾ ਕੰਪਨੀ ਜਿਹੜੀ ਹੈ 6 ਤਰੀਕ ਨੂੰ ਤਾਲਾਬੰਦੀ ਖੋਲਣ ਜਾ ਰਹੀ ਹੈ। ਬਹੁਤ ਵੱਡੀ ਬ੍ਰੇਕਿੰਗ ਨਿਊਜ਼ ਤੁਹਾਡੇ ਕੋਲ ਲੈ ਕੇ ਹਾਜ਼ਰ ਹੋਏ ਆ। ਸਭ ਤੋਂ ਪਹਿਲਾਂ ਇੰਟਰਾ ਕੰਪਨੀ ਦੇ ਜਿਹੜੇ ਮਜ਼ਦੂਰ ਨੇ ਪਿਛਲੇ ਲੰਮੇ ਸਮੇਂ ਤੋਂ ਦਿਨ ਰਾਤ ਸੰਘਰਸ਼ ਕਰ ਰਹੇ ਨੇ। ਕਿਸਾਨ ਅੰਦੋਲਨ, ਕਿਸਾਨਾਂ ਦੇ ਵੀ ਇਹਨਾਂ ਨੂੰ ਸਪੋਰਟ ਮਿਲੀ ਹੋਈ ਹੈ। ਅੱਗੇ ਥੋੜੇ ਦਿਨਾਂ ਤੱਕ ਰਾਕੇਸ਼ ਟਿਕੈਤ ਸਾਹਿਬ ਜਿਹੜੇ ਨੇ ਭਾਰਤੀ ਕਿਸਾਨ ਯੂਨੀਅਨ ਦੇ ਅਧਿਕਸ਼ ਨੇ, ਉਹਨਾਂ ਵੱਲੋਂ ਵੀ ਇੱਥੇ ਪ੍ਰੋਗਰਾਮ ਮਿਥਿਆ ਗਿਆ। ਸੋ ਉਹਦੀ ਵੀ ਤਿਆਰੀਆਂ ਚੱਲ ਰਹੀਆਂ ਨੇ। ਉਹਦੇ ਵਿੱਚ ਹੀ ਖਬਰ ਆਂਦੀ ਹੈ ਇੰਟਰਾ ਕੰਪਨੀ ਵੱਲੋਂ ਕਿ ਉਹ 6 ਤਰੀਕ ਨੂੰ ਤਾਲਾਬੰਦੀ ਖੋਲ ਰਹੀ ਹੈ। ਵੇਖਣਾ ਹੋਏਗਾ ਇਹਨੂੰ ਇਹ ਵੱਡੀ ਜਿੱਤ ਮੰਨਦੇ ਨੇ, ਆਪਣੇ ਸੰਘਰਸ਼ ਦੀ ਜਿੱਤ ਮੰਨਦੇ ਨੇ, ਜਾਂ ਉਹਦੇ ਤੇ ਇਹਨਾਂ ਦਾ ਰਿਐਕਸ਼ਨ ਕੀ ਹੈ ਲੈਣ ਦੀ ਕੋਸ਼ਿਸ਼ ਕਰਦੇ ਆ। ਵੱਡੀ ਰਾਹਤ ਭਰੀ ਖਬਰ ਸਾਨੂੰ ਇਹ ਜਾਪਦੀ ਏ ਕਿਉਂਕਿ ਬਹੁਤ ਲੰਮਾ ਸੰਘਰਸ਼ ਰਿਹਾ ਇਹਨਾਂ ਦਾ। ਸੀਐਮ ਸਾਹਿਬ ਤੱਕ ਵੀ ਇਹਦੀ ਗੂੰਜ ਗਈ ਏ, ਲੇਕਿਨ ਉਹਦੇ ਬਾਵਜੂਦ ਅਜੇ ਤੱਕ ਇਹਨਾਂ ਦੀ ਜਿਹੜੀ ਮੰਗ ਏ ਉਹ ਪੂਰੀ ਨਹੀਂ ਹੋ ਪਾਈ ਹੈ। ਕੁਮਾਊ ਕਮਿਸ਼ਨਰ ਤੱਕ ਵੀ ਇਹਨਾਂ ਨੇ ਕਈ ਵਾਰੀ ਪਹੁੰਚ ਕੀਤੀ ਹੈ। ਸੋ ਅਸੀਂ ਰਾਤ ਨੂੰ ਹੀ ਸਪੈਸ਼ਲ ਪਹੁੰਚੇ ਹਾਂ। ਜਿਹੜੀ ਇਹ ਖਬਰ ਆਈ ਹੈ ਕਿ 6 ਤਰੀਕ ਨੂੰ ਜਿਹੜੀ ਤਾਲਾਬੰਦੀ ਹੈ ਖੋਲੀ ਜਾ ਰਹੀ ਹੈ, ਉਸ ਨੂੰ ਲੈ ਕੇ ਇਹਨਾਂ ਦਾ ਰਿਐਕਸ਼ਨ ਕੀ ਏ, ਇਹਨਾਂ ਦਾ ਕਹਿਣਾ ਕੀ ਏ। ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਦਲਜੀਤ ਸਿੰਘ, ਜਿਹੜੇ ਇਸ ਯੂਨੀਅਨ ਦੇ ਮਜ਼ਦੂਰ ਜਿਹੜੀ ਯੂਨੀਅਨ ਇਹਨਾਂ ਦੀ ਉਹਦੇ ਅਧਿਕਸ਼ ਨੇ। ਮਹਾਮੰਤਰੀ ਨੇ ਭਾਜੀ, ਕੀ ਨਾਂ ਤੁਹਾਡਾ? ਸੌਰਵ ਕੁਮਾਰ ਜੀ। ਇਹਨਾਂ ਦੇ ਨਾਲ ਕਈ ਵਾਰੀ ਅਸੀਂ ਰੂਬਰੂ ਹੋ ਚੁੱਕੇ ਹਾਂ। ਲਾਸਟ ਟਾਈਮ ਅਸੀਂ ਕਵਰ ਕੀਤਾ ਸੀ ਇਹਨਾਂ ਨੂੰ ਡੀਐਮ ਸਾਹਿਬ ਦੇ ਸਾਹਮਣੇ ਬੱਚਿਆਂ ਦੇ ਨਾਲ ਜਿਹੜੇ ਨੇ ਭਾਰੀ ਬਰਸਾਤ ਦੇ ਵਿੱਚ ਇਹਨਾਂ ਨੇ ਪ੍ਰੋਟੈਸਟ ਕੀਤੀ ਹੈ। ਦਲਜੀਤ ਸਿੰਘ ਜੀ ਕੋਲ ਸਭ ਤੋਂ ਪਹਿਲਾਂ ਆਉਂਦੇ ਆ ਤੇ ਵਧਾਈ ਵੀ ਦਿੰਦੇ ਆ ਕਿਉਂਕਿ ਸਾਡੇ ਚੈਨਲ ਨੇ ਪੂਰਾ ਪ੍ਰਯਾਸ ਕੀਤਾ ਇਹਨਾਂ ਦੇ ਅੰਦੋਲਨ ਨੂੰ ਕਵਰ ਕਰਨ ਦੇ ਲਈ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਾਂਝੇ ਤੌਰ ਤੇ ਵਧਾਈ ਦਿੰਦੇ। ਦਲਜੀਤ ਸਿੰਘ ਜੀ, ਤੁਹਾਨੂੰ ਅਸੀਂ ਵਧਾਈ ਦਿੰਦੇ ਆ। धन्यवाद जी, बहुत बहुत। मैं सुभाष जी ਤੁਹਾਨੂੰ ਵੀ ਬਹੁਤ ਬਹੁਤ ਵਧਾਈ। ਇੱਕ ਸਟੈਪ ਅੱਗੇ ਵਧੀ ਹੈ ਕੰਪਨੀ। बहुत बहुत धन्यवाद जो है आप हमेशा जो है हमारे संघर्ष को कवर करते रहें और सिख संगत हमेशा जो है हमारे जो दुख सुख में जो है खड़ी रही है, उसके लिए हम आपको बहुत बहुत धन्यवाद देते हैं। ਦਲਜੀਤ ਜੀ ਕੋ ਸਭ ਤੋਂ ਪਹਿਲਾਂ ਆਉਂਦੇ ਆ। ਦਲਜੀਤ ਜੀ, ਤੁਹਾਡੀ ਮੰਗ ਸੀ, ਮੰਗਾਂ ਤਾਂ ਭਾਵੇਂ ਕਈ ਹੈਗੀਆਂ ਨੇ, ਲੇਕਿਨ ਜਿਹੜੀ 6 ਤਰੀਕ ਨੂੰ ਜਿਹੜੀ ਤਾਲਾਬੰਦੀ ਖੋਲੀ ਜਾ ਰਹੀ ਹੈ ਉਹਨੂੰ ਲੈ ਕੇ ਤੁਹਾਨੂੰ ਕਿੰਨੀ ਕੁ ਰਾਹਤ ਮਿਲੀ ਹੈ? ਤੁਹਾਡੇ ਜਿਹੜੇ ਇੱਥੇ ਯੂਨੀਅਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ, ਤੁਹਾਡਾ ਕਹਿਣਾ ਕੀ ਹੈ, ਰਿਐਕਸ਼ਨ ਕੀ ਹੈ ਤੁਹਾਡਾ? देखो जी, ये रिएक्शन की दी ਜਦੋਂ ਤਾਲਾਬੰਦੀ ਕੀਤੀ ਹੈ ਨਾ ਤੇ ਉਦੋਂ ਇਹਨੇ ਸਾਡੇ ਨਾਲ ਸਲਾਹ ਕੀਤੀ। ਸੰਗਠਨ ਨੇ ਹਟਾ ਇੰਟਰਾਕ ਮਜ਼ਦੂਰ ਸੰਗਠਨ ਨਾ ਤੇ ਜਦੋਂ ਤਾਲਾਬੰਦੀ ਕਰਨ ਦੇ ਦੌਰਾਨ ਸਾਡੇ ਨਾਲ ਗੱਲਬਾਤ ਕੀਤੀ, ਡਿਸਕਸ ਕੀਤਾ ਨਾ ਇਹਨੇ ਖੋਲਣ ਲੱਗਿਆ ਕੋਈ ਡਿਸਕਸ ਕੀਤਾ। ਅੱਜ ਵੀ ਹਾਲਾਂਕਿ ਇਹਨੇ ਤਾਲਾਬੰਦੀ ਖੋਲਣ ਤੋਂ ਪਹਿਲਾਂ ਇਹਦਾ ਜਿਹੜਾ ਰਿਐਕਸ਼ਨ ਸਹੀ ਹੋਣਾ ਚਾਹੀਦਾ, ਉਲਟ ਰਿਐਕਸ਼ਨ ਹੀ ਕਿ ਮਤਲਬ ਲੋਕਾਂ ਨੂੰ, ਮੁੰਡਿਆਂ ਨੂੰ ਬੁਲਾ ਰਿਹਾ ਹੈ ਮਤਲਬ ਪੂਜਾ ਵਾਸਤੇ ਅੰਦਰ। ਹਾਲਾਂਕਿ ਜਿਹੜਾ ਪ੍ਰਤੀਨਿਧੀ ਮੰਡਲ ਹੈ ਜਿਨ੍ਹਾਂ ਨੂੰ ਬੁਲਾਉਣਾ ਚਾਹੀਦਾ, ਜਿਨ੍ਹਾਂ ਦੇ ਨਾਲ ਬਹਿ ਕੇ ਮਾਮਲੇ ਨੂੰ ਸੈੱਟ ਕਰਨਾ ਚਾਹੀਦਾ। ਇੰਟਰਾ ਕੰਪਨੀ ਨੇ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੈ ਕਿ ਇਹਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਇਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਸਾਰੇ ਆਓ, ਕੰਪਨੀ ਨੂੰ ਚਲਾਓ ਤੇ ਸਹਿਯੋਗ ਦਿਓ ਤੇ ਉਹਦੀ ਤਰੱਕੀ ਦੇ ਲਈ ਹਾਮੀ ਭਰੋ। ਜੋ ਉਹਨਾਂ ਨੇ ਮੰਗ ਕੀਤੀ ਆਪਣੇ ਤੁਹਾਡੇ ਤੋਂ ਸਹਿਯੋਗ ਦੀ ਮੰਗ ਕੀਤੀ ਹੈ, ਕੀ ਤੁਸੀਂ ਉਹ ਸਹਿਯੋਗ ਦੇਣ ਨੂੰ ਤਿਆਰ ਹੋ? ਸਹਿਯੋਗ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਤੇ ਅੱਗੇ ਵੀ ਕਰਾਂਗੇ। ਅਸੀਂ ਅੱਗੇ ਵੀ ਕੰਮ ਕਰਦੇ ਹਾਂ। ਅਸੀਂ ਤੇ ਕਦੀ ਵੀ ਕੰਪਨੀ ਦਾ ਕਦੀ ਕੋਈ ਨੁਕਸਾਨ ਨਹੀਂ ਕਰਨ ਵਾਲੇ ਬੰਦੇ, ਨਾ ਹੀ ਕਦੀ ਕੰਪਨੀ ਦਾ ਕੋਈ ਨੁਕਸਾਨ ਕੀਤਾ ਹੈ।
ਅਸੀਂ ਲਗਾਤਾਰ ਮੈਨੇਜਮੈਂਟ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਦੇਖੋ ਮਹਿੰਗਾਈ ਦਾ ਦੌਰ ਹੈ ਕਿ ਤੁਸੀਂ ਸਾਡੇ ਬਾਰੇ ਸੋਚੋ। ਪਤਾ ਨਹੀਂ ਉਹਨਾਂ ਨੂੰ ਕਿਹੜੀ ਚੀਜ਼ ਹੈ, ਇਹ ਇੰਨਾ ਕਹਿਣ ਦੇ ਵਿੱਚ ਹੀ ਉਹਦਾ ਰਿਐਕਸ਼ਨ ਕੀ ਲੈ ਜਾਂਦੇ ਨੇ, ਕਿਸ ਤਰ੍ਹਾਂ ਉਹ ਸੋਚਦੇ ਨੇ, ਉਹਨੂੰ ਗਲਤ ਨਜ਼ਰੀਏ ਨਾਲ ਵੇਖ ਹੁਣ ਲੈਂਦੇ ਨੇ। ਤੁਸੀਂ 4-5 ਮਹੀਨੇ ਤੋਂ ਲਗਾਤਾਰ ਦਿਨ ਰਾਤ ਡਟੇ ਹੋਏ ਹੋ। ਹਾਂਜੀ। ਤੁਹਾਨੂੰ ਨਾ ਤੇ ਤਨਖਾਹ ਮਿਲੀ ਹੋਣੀ ਹੈ ਤੇ ਤੁਸੀਂ ਉਲਟਾ ਵਕੀਲਾਂ ਦੇ ਕਚਹਿਰੀਆਂ ਦੇ ਕੋਰਟ ਕਸੀ ਚੱਕਰ ਕੱਟ ਰਹੇ ਹੋ ਬਈ ਤਨਖਾਹ ਤੁਹਾਡੀ ਬੰਦ ਤੇ ਉੱਪਰੋਂ ਪੱਲਿਓਂ ਖਰਚਾ ਤੁਸੀਂ ਲਾ ਰਹੇ ਹੋ ਤੇ ਇਹਦਾ ਤੁਸੀਂ ਮੈਨੇਜ ਕਿਵੇਂ ਕਰ ਰਹੇ ਹੋ? ਹੁਣ ਅਗਰ ਤਾਲਾਬੰਦੀ ਖੁੱਲ ਰਹੀ ਹੈ ਤੇ ਕਿਤੇ ਨਾ ਕਿਤੇ ਰਾਹਤ ਤੇ ਹੋਣੀ ਚਾਹੀਦੀ ਤੁਹਾਨੂੰ। ਦੇਖੋ ਜੀ, ਇਹ ਮੈਂ ਸਭ ਤੋਂ ਪਹਿਲਾਂ ਪੂਰੀ ਜਨਤਾ ਦਾ ਧੰਨਵਾਦ ਕਰਨਾ, ਜਿਹੜੀ ਨਿਆਂਪ੍ਰਿਯ ਜਨਤਾ ਹੈ, ਉਹਨਾਂ ਨੇ ਜੋ ਸਹਿਯੋਗ ਦਿੱਤਾ ਹੈ। ਇੱਕ ਦਿਨ ਦੇ ਵਿੱਚ ਸਾਡੇ ਮੁੰਡੇ ਜਦੋਂ ਪੈਸਾ ਇਕੱਠਾ ਕਰਨ ਗਏ ਨੇ, ਉਹ ਲੋਕਾਂ ਨੇ ਮਤਲਬ ਬੜੇ ਵੱਡੀ ਪੱਧਰ ਤੇ ਮਤਲਬ ਲੋਕਾਂ ਨੇ ਹੈਲਪ ਕੀਤੀ ਹੈ। 10-10 ਹਜ਼ਾਰ ਰੁਪਈਆ ਪਰ ਡੇ, 12-12 ਹਜ਼ਾਰ ਰੁਪਈਆ ਸਾਨੂੰ ਮਤਲਬ ਸਹਿਯੋਗ ਰਾਸ਼ੀ ਮਿਲੀ ਹੈ। ਔਰ ਰਾਸ਼ਨ ਅਲੱਗ ਮਿਲਿਆ ਹੈ ਜੀ, ਕਣਕ ਏ, ਚਾਵਲ ਨੇ, ਦਾਲਾਂ ਨੇ ਤੇ ਰਿਫਾਈਂਡ ਤੇਲ ਏ, ਸਰੋਂ ਦਾ ਤੇਲ ਏ, ਮਸਾਲੇ ਨੇ, ਮਤਲਬ ਸਬਜ਼ੀਆਂ ਤੱਕ। ਇਹ ਲੋਕਾਂ ਦੀ ਸਪੋਰਟ ਦੇ ਨਾਲ ਅੰਦੋਲਨ ਚੱਲਿਆ। ਬਿਲਕੁਲ ਜੀ, ਪੂਰਾ ਕਿਸਾਨਾਂ ਦੀ ਸਪੋਰਟ। ਮੁਹੰਮਦ ਜੀ ਤੁਹਾਡੇ ਕੋਲ ਵੀ ਆਉਂਦੇ ਆ। ਅੱਛਾ ਦਲਜੀਤ ਸਿੰਘ ਜੀ, ਇੱਕ ਚੀਜ਼ ਹੋਰ ਦੱਸੋ, ਇਹ ਜਿਹੜੀ ਹੁਣ ਰਾਤ ਭਰੀ ਖਬਰ ਆਈ ਹੈ, ਜਿਵੇਂ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਅਧਿਕਸ਼ ਨੇ ਰਾਕੇਸ਼ ਟਿਕੈਤ ਸਾਹਿਬ ਤੇ ਜੋਗਿੰਦਰ ਸਿੰਘ ਉਗਰਾਹਾਂ ਸਾਹਿਬ, ਉਹ ਵੀ ਸ਼ਾਇਦ ਇੱਥੇ ਪੰਚਾਇਤ ਕਰਨ ਆ ਰਹੇ ਨੇ 14 ਤਰੀਕ ਨੂੰ। ਸ਼ਾਇਦ ਉਹ ਕਿਸਾਨਾਂ ਦਾ ਟੈਰਰ ਕਹੀਏ ਜਾਂ ਕਿਸਾਨਾਂ ਦੀ ਮਹਾਪੰਚਾਇਤ ਜਾਂ ਟਿਕੈਤ ਸਾਹਿਬ ਟੈਰਰ ਕਹੀਏ ਕਿ ਜਿਹੜੀ ਕੰਪਨੀ ਹੈ ਉਹ 6 ਤਰੀਕ ਨੂੰ ਤਾਲਾਬੰਦੀ ਖੋਲ ਰਹੀ ਹੈ, ਕਿ ਇਹਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਆਪਾਂ? ਦੇਖੋ ਜੀ, ਇਹਦੇ ਵਾਸਤੇ ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਉਹ ਕਿਸਾਨਾਂ ਤੋਂ ਡਰੇ ਨੇ ਜਾਂ ਮਤਲਬ ਸਾਡੇ ਮਜ਼ਦੂਰ ਅੰਦੋਲਨ ਜਿਹੜਾ ਸਾਡਾ ਵਿਆਪਕ ਪ੍ਰਚਾਰ ਪ੍ਰਸਾਰ ਸਾਡਾ ਹੋ ਰਿਹਾ ਹੈ ਜਾਂ ਉਸ ਤੋਂ ਡਰੇ ਨੇ। ਇਹ ਤੇ ਉਹ ਜਾਣਦੇ ਨੇ ਕਿ ਉਹ ਕਿਉਂ ਮਤਲਬ ਉਹਨਾਂ ਨੇ ਮਤਲਬ ਅਚਾਨਕ ਹੀ ਤਾਲਾਬੰਦੀ ਖੋਲਤੀ ਹੈ, ਇੱਕਦਮ ਹੀ ਕਦੀ ਲੋਕ ਆਊਟ ਕਰ ਦਿੰਦੇ ਨੇ, ਤਾਲਾ ਲਾ ਦਿੰਦੇ ਨੇ, ਕਦੀ ਤਾਲਾ ਖੋਲ ਲੈਂਦੇ ਨੇ। ਤੇ ਮਤਲਬ ਜਿਹੜਾ ਚੀਜ਼ਾਂ ਦੀ ਸਮਾਧਾਨ ਹੋਣਾ ਚਾਹੀਦਾ, ਜਿਹੜਾ ਇੰਨੇ ਦਿਨਾਂ ਦਾ ਅਸੀਂ 16 ਅਗਸਤ ਤੋਂ ਬੈਠੇ ਆ, 2021 16 ਅਗਸਤ ਤੋਂ ਸਾਡਾ ਧਰਨਾ ਚੱਲ ਰਿਹਾ ਹੈ ਤੇ ਕੋਈ ਸੁਣਵਾਈ ਨਹੀਂ ਹੋ ਰਹੀ। ਔਰ 16 ਮਾਰਚ ਜੀ ਮੈਂ ਦੇਖ ਰਿਹਾ, ਹਾਲਾਂਕਿ ਇਹ ਸਾਨੂੰ ਲੱਗਦਾ ਕਿ ਬਹੁਤ ਖੁਸ਼ੀ ਦੀ ਖਬਰ ਹੈ ਕਿ ਤਾਲਾਬੰਦੀ ਖੋਲ ਰਹੀ ਹੈ, ਤੁਹਾਡੇ ਚਿਹਰੇ ਤੇ ਖੁਸ਼ੀ ਨਹੀਂ ਦਿਸ ਰਹੀ ਸਾਨੂੰ। ਕਿਤੇ ਨਾ ਕਿਤੇ ਮਤਲਬ ਆਖਰ ਕਿਉਂ ਇੰਨੀ ਵੱਡੀ ਖਬਰ ਹੈ? ਤਾਲਾਬੰਦੀ ਤੁਸੀਂ ਕਹਿੰਦੇ ਸੀ ਕਿ ਅਵੈਧ ਹੈ, ਤੁਹਾਡੀ ਮੰਗ ਸੀ ਤਾਲਾਬੰਦੀ ਖੋਲੀ ਜਾਏ, ਇੰਨੀ ਵੱਡੀ ਮੰਗ ਤੁਹਾਡੀ ਪੂਰੀ ਹੋਣ ਜਾ ਰਹੀ ਹੈ ਕਿ ਤੁਹਾਡੇ ਚਿਹਰੇ ਤੇ ਉਹ ਰੌਣਕ ਨਹੀਂ ਦਿਸ ਰਹੀ। ਕੱਲ ਦੇਖੋ ਜੀ, ਤਾਲਾਬੰਦੀ ਖੋਲਣਾ ਹੀ ਇੱਕ ਸਮਾਧਾਨ ਨਹੀਂ। ਇੱਕ ਕਦਮ ਅੱਗੇ ਤਾਂ ਵਧੇ ਨੇ ਉਹ। ਅਗਰ ਮੰਨ ਲਓ ਵੇਖੋ ਇੱਕ ਕਦਮ ਅੱਗੇ ਵਧੇ ਨੇ ਤੇ ਇੱਕ ਫਲੈਕਸੀਬਿਲਿਟੀ ਉਹਨਾਂ ਨੇ ਦਿਖਾਈ ਹੈ, ਪੋਜ਼ਿਟਿਵ ਵੇਵ ਦੇ ਵਿੱਚ ਆਏ ਨੇ, ਤੇ ਤੁਹਾਨੂੰ ਨਹੀਂ ਲੱਗਦਾ ਕਿ ਅਗਰ ਉਹ ਇੱਕ ਕਦਮ ਵਧੇ ਨੇ, ਤੁਹਾਡੇ ਵੱਲੋਂ ਸ਼ਿਕਾਇਤ ਸੀ ਕਿ ਅਵੈਧ ਤਾਲਾਬੰਦੀ ਹੈ, ਜੇ ਉਹ ਤਾਲਾਬੰਦੀ ਖੋਲਣ ਜਾ ਰਹੇ ਨੇ, ਤੇ ਤੁਹਾਨੂੰ ਲੱਗਦਾ ਕਿ ਹੁਣ ਜਿਹੜੇ ਮਸਲੇ ਨੇ ਉਹ ਹੱਲ ਹੋ ਜਾਣਗੇ? ਉਹ ਦੇਖੋ ਜੀ, ਉਹਨਾਂ ਨੂੰ ਹਾਰ ਦਾ ਸਾਹਮਣਾ ਉਹਨਾਂ ਨੂੰ ਦਿਖ ਰਿਹਾ ਹੈ ਕਿ ਅਸੀਂ ਮਜ਼ਬੂਤ ਹਾਂ। ਸਾਡਾ ਜਿਹੜਾ ਪਕਸ਼ ਹੈ ਉਹ ਕਾਨੂੰਨੀ ਰੂਪ 'ਚ ਅਸੀਂ ਬਹੁਤ ਮਜ਼ਬੂਤ ਹਾਂ। ਉਹ ਜਾਣਦੇ ਨੇ ਇਸ ਗੱਲ ਨੂੰ ਵੀ ਅਸੀਂ ਹਾਰਨਾ ਹੈ, ਤੇ ਇਸ ਕਰਕੇ ਉਹਨਾਂ ਨੇ ਤਾਲਾਬੰਦੀ ਖੋਲੀ ਹੈ, ਨਾ ਕਿ ਉਹਨਾਂ ਨੇ ਸਾਡੇ ਤੇ ਦਇਆ ਕਰਕੇ ਤਾਲਾਬੰਦੀ ਖੋਲੀ ਹੈ। ਜੇ ਉਹਨਾਂ ਨੂੰ ਸਾਡੇ ਤੇ ਦਇਆ ਹੁੰਦੀ ਤੇ ਸਮਾਧਾਨ ਕਰਦੇ, ਸਾਡੇ ਜਿਹੜਾ ਅਸੀਂ ਲਾਇਆ ਮੰਗ ਪੱਤਰ ਉਹਦੇ ਤੇ ਸਮਾਧਾਨ। ਉਹਨਾਂ ਨੇ ਸਹਿਯੋਗ ਦੀ ਮੰਗ ਕੀਤੀ ਹੈ, ਕੀ ਤੁਸੀਂ ਸਹਿਯੋਗ ਦਿਓਗੇ ਉਹਨਾਂ ਨੂੰ? ਅਸੀਂ ਸਹਿਯੋਗ ਪਹਿਲਾਂ ਵੀ ਕਰਦੇ, ਹੁਣ ਵੀ ਕਰਾਂਗੇ। ਸਹਿਯੋਗ ਤੋਂ ਮਨਾ ਕੀਤਾ ਹੀ ਨਹੀਂ। ਮਹਾਮੰਤਰੀ ਜੀ ਕੋਲ ਆਉਂਦੇ ਆ, ਬਹੁਤ ਐਕਟਿਵ ਰਹੇ ਨੇ। ਇਹ ਅੰਦੋਲਨ ਜਿਹੜਾ ਚੱਲਿਆ 24 ਘੰਟੇ ਲਗਾਤਾਰ ਨਾਨ ਸਟਾਪ ਚੱਲਿਆ, ਕਾਗਜ਼ੀ ਜਿਹੜੀ ਕਾਰਵਾਈ ਹੈ ਉਹਦੇ ਵਿੱਚ ਬੜੇ ਐਕਟਿਵ ਨੇ। ਮਹਾਮੰਤਰੀ ਜੀ ਕੋਲ ਆਉਂਦੇ ਆ। ਮਹਾਮੰਤਰੀ ਜੀ, ਤੁਹਾਨੂੰ ਕੀ ਲੱਗਦਾ ਬਹੁਤ ਵੱਡੀ ਖਬਰ नहीं है तालाबंदी खोलन जाए? ਤੁਹਾਡੀ ਮੰਗ ਸੀ ਤਾਲਾਬੰਦੀ ਖੋਲੀ ਜਾਵੇ। देखिए, सबसे पहले हम सिख संगत का धन्यवाद देते हैं कि हमारे बीच में आज रात को भी जो है ये लाइव कर रहे हैं। तो ਰਾਤ ਭਾਜੀ ਅਸੀਂ ਉਦੋਂ ਬਰਸਾਤ ਦੇ ਵਿੱਚ ਕੀਤਾ, ਅਜੇ ਤੱਕ ਮੇਰਾ ਜਿਹੜਾ ਗਲਾ ਖਰਾਬ ਹੈਗਾ। बरसात में भी जो है आपने कवर करा, उसके लिए भी धन्यवाद है। जो भी देखो, हम ये कह रहे हैं जो तालाबंदी 6 तारीख से कंपनी खोलने जा रही, वो हमारे लिए खुशी की खबर इतनी नहीं है जितनी खुशी की खबर कंपनी के लिए होनी चाहिए। ਨਹੀਂ ਸਾਨੂੰ ਤਾਂ ਲੱਗਦਾ ਕਿ ਯਾਰ ਤੁਹਾਡੀ ਇਹ ਸੰਘਰਸ਼ ਦੀ ਜਿੱਤ ਯਾਰ, ਇੱਕ ਜਿੱਤ ਵੱਲ ਤੁਸੀਂ ਵਧੇ ਹੋ ਵੀ ਅਗਰ ਤੁਹਾਡੀ ਮੰਗ ਸੀ ਵੀ ਤਾਲਾਬੰਦੀ ਖੋਲੀ ਜਾਵੇ, ਤੁਸੀਂ ਰਾਤ ਨੂੰ ਵੀ ਡਟੇ ਹੋਏ ਹੋ ਯਾਰ। ਇੱਥੇ कितने कितने मांगे चे भी तो शामिल है कि अवैध तालाबंदी खोली जाए। देखो, हम पहले दिन से जब इनने तालाबंदी करी थी तब से ही हम कह रहे हैं ये तालाबंदी गलत है। और इस जो नहीं ਤੁਸੀਂ ਕਹਿ ਰਹੇ ਸੀ ਗਲਤ ਹੈ, ਹੁਣ ਤੁਹਾਡੀ ਗੱਲ ਨੂੰ ਮੰਨਦੇ, ਅਗਰ ਤਾਲਾਬੰਦੀ ਖੋਲੀ ਜਾਏ ਤੇ ਖੁशी है नहीं ਤੁਹਾਨੂੰ? देखो, कंपनी का अगर इसमें मुनाफा है, अगर हम बैठ के पैसा लेने की स्थिति में हैं तो हमें कह रहे हैं कंपनी चालू हो और जो है हम काम करें, तब हम पैसा लें। एक तो हमें भी सुकून भरी राहत है, कुछ तो राहत है यार। मैं ਤੁਹਾਡੇ ਚਿਹਰੇ ਤੋਂ ਯਾਰ ਰੌਣਕ ਉਹ ਖੁਸ਼ੀ ਨਹੀਂ ਦਿਸੀ ਯਾਰ, ਮੈਨੂੰ ਲੱਗਦਾ मैं क्या करूं, जो है एक तो राहत है और सबसे बड़ी खुशी है कि कंपनी हमारी तरक्की करेगी जो पर डे कितना नुकसान कर रही है। इस जो है इस तालाबंदी खुशी है, खुशी इस तालाबंदी के बीच में जो है प्रबंधक ने तो अपनी पूरी ताकत लगाई हमें बर्बाद करने की, हमारी यूनियन तोड़ने की। सवाल पैसे का, मांगों का नहीं है। हम ये कह रहे हैं जो तालाबंदी के जो ये तालाबंदी की है इसमें मैं जो महसूस कर रहा, क्योंकि 4 ਮਹੀਨੇ ਜਿਹੜੇ ਇਹਨਾਂ ਨੇ ਸੰਘਰਸ਼ ਕੀਤਾ ਹੈ, ਬੱਚਿਆਂ ਸਮੇਤ, ਇਹਨਾਂ ਦੀ ਔਰਤਾਂ ਸਮੇਤ, ਮਹਿਲਾਵਾਂ ਸਮੇਤ ਕਰਦੀਆਂ, ਉਹ ਜਿਹੜੀ ਖਟਾਸ ਹੈ ਉਹ ਦਿਸ ਰਹੀ ਹੈ ਇਹਨਾਂ ਦੇ ਚਿਹਰੇ ਤੋਂ।
ਹਾਲਾਂਕਿ ਸਾਨੂੰ ਲੱਗਦਾ ਹੈ ਕਿ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ, ਲੇਕਿਨ ਜੋ ਇਹਨਾਂ ਦੇ ਜਿਹੜੇ ਵਰਡਿੰਗ ਜਿਹੜੇ ਸ਼ਬਦ ਨੇ ਉਹ 4 ਮਹੀਨੇ ਜਿਹੜਾ ਤੁਸੀਂ ਸੰਘਰਸ਼ ਕੀਤਾ ਉਹਨੂੰ ਲੈ ਕੇ ਥੋੜੀ ਜੀ बड़ी तकलीफ है। पाजी ये संघर्ष 4 महीने का नहीं है, ये 4 साल का संघर्ष है। अच्छा जी। 2018 से संघर्ष कर रहे हैं और छोटे से मुद्दे पे भी सहमति नहीं बनाई। ये समूह जो है, ये जो लोग हैं, ये कंपनी को कहाँ पहुंचा देंगे कंपनी नहीं समझ रही है, हम समझ रहे हैं इस बात को। ਕੰਪਨੀ ਵਾਲੇ ਤਾਂ ਕਹਿੰਦੇ ਆ ਕਿ ਤੁਸੀਂ ਸਾਨੂੰ ਸਹਿਯੋਗ ਨਹੀਂ ਕਰ ਰਹੇ ਹੋ, ਤਾਂ ਹਰ ਪਾਸੋਂ ਤਿਆਰ ਨੇ। ਬਾਜੀ। ਉਹ ਕਹਿੰਦੇ ਆ ਕਿ ਅੱਜ ਵੀ ਜਿਹੜਾ ਉਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਉਹਨਾਂ ਨੇ ਤੁਹਾਡੇ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਉਹ ਕਹਿੰਦੇ ਆ ਜਿਸ ਕੰਪਨੀ ਵਾਲਿਆਂ ਨੂੰ ਚਾਹੀਦਾ, ਮਜ਼ਦੂਰਾਂ ਨੂੰ ਚਾਹੀਦਾ ਹੈ ਕਿ ਤੁਸੀਂ ਸਹਿਯੋਗ ਕਰਕੇ ਕੰਪਨੀ ਨੂੰ ਹੋਰ ਉੱਚੇ ਲੈ ਜਾਓ, ਇਹ ਉਹਨਾਂ ਦੀ ਮੰਗ ਹੈ। सर मैं ये कह रहा हूँ, जब 2020 में हमारे 195 लोगों को निकाला, हमने पूरा सहयोग के विकल्प दिए इसी प्रबंधक को, इसी मालिक को। क्या हाल हुआ, बाहर कर दिया, जंग जीते हम अंदर गए। तब हम इसीलिए उस समय भी कह रहे थे कि ये तालाबंदी गैर कानूनी है, और जो अब ये बैठे का भी पैसा देंगे हमें पूरी उम्मीद है कि ये ਇੱਕ ਚੀਜ਼ ਹੋਰ, ਇੱਕ ਚੀਜ਼ ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਉਹਨਾਂ ਦੇ ਜਿਹੜੇ ਖਾਤੇ ਨੇ ਉਹ ਤੱਕ ਵੀ ਸੀਲ ਕਰ ਦਿੱਤੇ ਗਏ ਨੇ ਕੰਪਨੀ ਦੇ। ਸ਼ਾਇਦ ਹੁਣ ਪ੍ਰਸ਼ਾਸਨ ਵੀ ਬੜਾ ਸਖਤ ਨਹੀਂ ਹੈ, ਕਿਉਂਕਿ ਜਿਹੜਾ ਤੁਹਾਡਾ ਬੱਚਿਆਂ ਦਾ ਜਿਹੜਾ ਪ੍ਰੋਟੈਸਟ ਹੋਇਆ ਉਸ ਦਿਨ, ਤੁਸੀਂ ਤੁਹਾਡੇ ਬੱਚੇ ਤੇ ਘਰ ਦੀਆਂ ਮਹਿਲਾਵਾਂ ਖੁੱਲੇ ਅਸਮਾਨ ਥੱਲੇ ਭਾਰੀ ਬਰਸਾਤ ਦੇ ਵਿੱਚ ਜਿਹੜੇ ਉਹਨਾਂ ਨੇ ਪ੍ਰੋਟੈਸਟ ਕੀਤੀ ਹੈ, ਉਹਨੂੰ ਲੈ ਕੇ ਜਲਦੀ ਅਸਰ ਨਹੀਂ ਹੋਇਆ, ਉਹ ਇਹ ਕਹਿ ਸਕਦੇ ਆ। पाजी 30 मई को ये जो है ये लीगल इनलीगल डिसाइड हो गया था सचिवालय से। प्रशासन ने कोई जल्दी नहीं करी है। प्रशासन को तो 1 महीने में हमारी सैलरी मिल जानी चाहिए। पाजी 4 महीने हो गए, 4 महीने से हमारे मजदूर 4 ਮਹੀਨੇ ਫਿਰ ਤੁਸੀਂ ਸਰਵਾਈਵ ਕਿੱਦਾਂ ਕੀਤਾ? 4 ਮਹੀਨੇ ਵੇਖੋ ਤੁਹਾਨੂੰ ਤਨਖਾਹ ਮਿਲ ਨਹੀਂ ਰਹੀ, ਅੰਦੋਲਨ ਵੀ ਤੁਹਾਡਾ ਚੱਲ ਰਿਹਾ ਹੈ, ਬੱਚਿਆਂ ਦੀ ਫੀਸ ਹੈ, ਘਰ ਦੇ ਖਰਚੇ ਨੇ, ਰੋਜ਼ਮर्रा ਦੇ, ਉਹ ਫਿਰ ਕਿੱਦਾਂ ਫਿਰ ਤੁਸੀਂ ਮੈਨੇਜ ਕੀਤੇ? मैं अगर कहूँ कि ये मैंने मेरे दम पे हुआ, ये बिल्कुल गलत है। ये बैठी हुई जनता है, हमारे बीच के जो लगे हुए साथी हैं, और जो समाज, अगर देश में युद्ध काल स्थित होता है, युद्ध काल 2 देशों में होता है, तो किसी फौज की हिम्मत नहीं है कि जो किसी देश से जंग जीत ले। जब देश की जनता खड़ी हो जाती है 1-1 रुपए को लेके, ਇਹਦਾ ਮਤਲਬ ਤੁਹਾਨੂੰ ਜਨਤਾ ਨੇ ਸਪੋर्ट ਕੀਤੀ ਹੈ। जी, ये रुद्रपुर की जनता यूनियन, जो हमारे सिडकुल में यूनियन है, जो सामाजिक संगठन है, जब कोई भी देश से जब युद्ध होता है, जब आपने देखा किसान आंदोलन चल रहा था, तो लोग वहां पे धरने पे थे नहीं थे, मगर पूरा हिंदुस्तान की टिकटिकी लगी हुई थी, पूरा हिंदुस्तान किसानों के साथ था, वो जीत थी किसानों की। ऐसे ही आज जो हमारी जनता है, हमारी महिलाएं हैं, हमारे बच्चे हैं, जो 2018 से, आज से नहीं, 2018 से संघर्ष कर रहे हैं। 2018 से हम लोग की 1 भी रुपए की वेतन बढ़ोतरी नहीं हुई है, हमारा कोई समझौता नहीं है, छोटे छोटे मुद्दे पे कोई समझौता ਹੁਣ नहीं। ਜਿਹੜੀ ਕੰਪਨੀ ਨੇ ਤਾਲਾਬੰਦੀ ਖੋਲਣ ਦਾ ਐਲਾਨ ਜਾਰੀ ਕੀਤਾ ਹੈ, ਤੁਹਾਡੇ ਨਾਲ ਕੋਈ ਮਿਲ ਕੇ ਇਹਦੇ ਲਈ ਰਾਬਤਾ ਕਾਇਮ ਕੀਤਾ ਗਿਆ, ਵੀ ਸਹਿਮਤੀ ਜਤਾਈ ਗਈ ਵੀ ਤੁਸੀਂ ਜਿਹਦੇ ਤੁਹਾਡੇ ਯੂਨੀਅਨ ਦੇ ਜਿਹੜੇ ਮੰਨ ਲਓ ਪਦਾਧਿਕਾਰੀ ਨੇ ਉਹਨਾਂ ਨਾਲ ਮਿਲ ਬੈਠ ਕੇ ਗੱਲਬਾਤ ਕਰਕੇ ਇਹਦੀ ਰੂਪਰੇਖਾ ਤਿਆਰ ਕੀਤੀ ਗਈ ਹੈ? ਨਹੀਂ सर, कोई हमसे कोई सहमति, कोई राय मशवरा नहीं हुआ। ਚਲੋ, सीधे हम- ਅਗਰ ਤੁਹਾਡੇ ਤੋਂ ਰਾਏ ਮਸ਼ਵਰਾ ਨਹੀਂ ਲਿਆ ਗਿਆ, ਉਹਨਾਂ ਵੱਲੋਂ ਇਹ ਕਿਹਾ ਗਿਆ ਤੁਹਾਡੇ ਵੱਲੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ, ਕੀ ਤੁਸੀਂ ਸਹਿਯੋਗ ਦੇਣ ਨੂੰ ਤਿਆਰ ਹੋ? हम पहले भी कह रहे थे कि कंपनी को ये नुकसान पहुंचा रहे हैं, कंपनी को ना नुकसान पहुंचा जाए, कंपनी का नुकसान हमारा नुकसान। हम ਨਹੀਂ ਵੇਖੋ, ਉਹ ਕਹਿੰਦੇ ਕਿ ਚਲੋ ਕੰਪਨੀ ਚੱਲੇਗੀ ਤਾਂ ਕੰਪਨੀ ਦਾ ਵੀ ਫਾਇਦਾ, ਤੁਹਾਡਾ ਵੀ ਫਾਇਦਾ, ਠੀਕ ਹੈ। ਹੁਣ ਉਹਨਾਂ ਨੇ ਸਹਿਯੋਗ ਦੀ ਮੰਗ ਕੀਤੀ ਹੈ, ਤੁਸੀਂ ਸਹਿਯੋਗ ਦਿਓਗੇ? हम पूरा सहयोग देने के लिए तैयार हैं। एक चीज हम और। पहले पाजी थोड़ा सा मैं ये कह रहा हूँ बिल्कुल, कि बिल्कुल। हम 2018 से, मैं ये कह रहा हूँ, मैं गलत होता, 2018 में गलत होता, 19 में गलत होता, 20 में गलत होता, 21 में गलत होता, 22 में गलत होता। कंपनी तो अभी 16 मार्च तक चली है पाजी, कैसे कोई गलत होके काम कर सकता है? ਤੁਹਾਡੀ ਹੁਣ ਮੁੱਖ ਮੰਗ ਕੀ ਹੈ? ਅਵੈਧ ਤਾਲਾਬੰਦੀ ਤੁਸੀਂ ਕਹਿੰਦੇ ਸੀ ਉਹ ਖੁੱਲਣ ਜਾ ਰਹੀ ਹੈ, ਹੋਰ ਤੁਹਾਡੀ ਮੰਗ ਕੀ ਹੈ? ਸਾਰੇ ਦਰਸ਼ਕਾਂ ਨੂੰ ਤੁਸੀਂ ਦੱਸੋ ਜਰਾ। हमारी मांग है कि हमारे जितने भी जो साथी लोग यहाँ से किच्छा में भी सस्पेंड करें, जो यहाँ हैं उनको अंदर रखा जाए, और जो हमारे मांग पत्र हैं उनको जो है बैठ के टेबल के माध्यम से जो है सॉर्ट आउट करा जाए। ये समूह है, समूह मालिक को, कंपनी को कहाँ पहुंचा देगा ये मालिक और प्रबंधक नहीं जानता, हम जानते हैं। जैसे 4 महीने ਉਹ ਕਹਿੰਦੇ ਕਿ ਤੁਹਾਡੇ ਜਿਹੜੇ ਨੇ, ਤੁਹਾਡੀ ਮੰਗਾਂ ਜਿਹੜੀਆਂ ਨੇ, ਤੁਸੀਂ ਹੱਡ ਧਰਮਤਾ ਤੇ ਉਹ ਗੱਲ ਕਰਨ ਨੂੰ ਤਿਆਰ ਨੇ, ਹਰ ਪਾਸੋਂ ਸਮਝੌਤਾ ਕਰਨ ਨੂੰ ਤਿਆਰ ਨੇ। ਕਹਿੰਦੇ ਤੁਹਾਡੇ ਕੁਝ 2-4 ਲੋਕ ਜਿਹੜੇ ਨੇ ਉਹਨਾਂ ਨੇ ਮਜ਼ਦੂਰਾਂ ਨੂੰ ਬਰਗਲਾ ਦਿੱਤਾ ਹੈ ਤੇ ਸ਼ਾਇਦ ਉਹ ਕਿਸੇ ਦੇ ਬਹਿਕਾਵੇ 'ਚ ਨੇ, ਐਸਾ ਹੈ ਕੋਈ? मैं एक ही चीज जानता हूँ, ਕਿੰਨੇ ਮਜ਼ਦੂਰ ਸੰਘਰਸ਼ ਕਰ ਰਹੇ ਨੇ? ਕਿੰਨੇ ਮਜ਼ਦੂਰਾਂ ਦੀ ਇਹ ਲਗਭਗ ਗੱਲ ਹੈ? हमारे जो है यहाँ पे लगभग 500 मजदूर हैं। 500 मजदूरों की जी गल है? हाँ, और वहाँ पे किच्छा में मतलब हमारे 700-800 मजदूर, दोनों प्लांटों का संघर्ष है। दोनों प्लांट? हाँ बिल्कुल जी। अच्छा, ਦਲਜੀਤ ਭਾਜੀ ਕੋਲ ਫਿਰ ਆਉਂਦੇ ਆ। ਭਾਜੀ ਤੁਹਾਡੇ ਕੋਲ ਹੋਰ ਕੋਈ ਬੋਲਣਾ ਚਾਹੇਗਾ? ਤੁਹਾਡੇ ਚੋਂ ਕੋਈ ਆ ਸਕਦਾ?
24 ਘੰਟੇ ਲਗਾਤਾਰ ਇਹਨਾਂ ਦਾ ਨਾਨ ਸਟਾਪ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਸਾਨੂੰ ਲੱਗਦਾ ਹੈ ਕਿ ਰਾਹਤ ਬੜੀ ਖਬਰ ਹੈ, ਬਹੁਤ ਵੱਡੀ ਖਬਰ ਹੈ, ਕਿਉਂਕਿ ਅਸੀਂ ਪਿਛਲੇ 4-5 ਮਹੀਨੇ ਤੋਂ ਇਹਨਾਂ ਦਾ ਅੰਦੋਲਨ ਕਵਰ ਕਰ ਰਹੇ ਹਾਂ ਤੇ ਇਹਨਾਂ ਦੀ ਹਰ ਐਕਟੀਵਿਟੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੰਪਨੀ ਨੇ 6 ਤਰੀਕ ਨੂੰ ਅਵੈਧ ਜਿਹੜੀ ਤਾਲਾਬੰਦੀ ਇਹਨਾਂ ਵੱਲੋਂ ਕਿਹਾ ਜਾਂਦਾ ਹੈ, ਉਹ ਉਹਨਾਂ ਨੇ ਕਿਹਾ ਕਿ ਉਹ ਤਾਲਾਬੰਦੀ ਖੋਲਣ ਜਾ ਰਹੇ ਨੇ। ਅਸੀਂ ਰਿਐਕਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਰ ਜਿਹੜੀ ਇਹਨਾਂ ਦੀ ਮੰਗ ਸੀ ਉਹਦੇ 'ਚ ਇੱਕ ਮੁੱਖ ਮੰਗ ਇਹ ਵੀ ਸੀ ਕਿ ਅਵੈਧ ਤਾਲਾਬੰਦੀ ਉਹ ਖੋਲੀ ਜਾਏ। ਹੁਣ ਇਹਨਾਂ ਦੇ ਜਿਹੜੇ ਵਿਚਾਰ ਨੇ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਮਿਸ਼ਰਾ ਜੀ ਦਾ ਕੀ ਅਹੁਦਾ ਹੈ? ਕਾਰਜਕਾਰਨੀ ਸਦस्य ਹੈ। ਮਿਸ਼ਰਾ ਜੀ ਇੱਧਰ ਆ ਜਾਓ। ਬਈ ਸਾਨੂੰ ਤਾਂ ਲੱਗਦਾ ਕਿ ਬਹੁਤ ਵੱਡੀ ਖਬਰ ਇਹ ਹੈ ਕਿ ਤਾਲਾਬੰਦੀ ਖੁੱਲਣ ਜਾ ਰਹੀ ਹੈ, ਤੁਸੀਂ ਲੰਮੇ ਸਮੇਂ ਸੰਘਰਸ਼ ਕਰ ਰਹੇ ਹੋ, ਤੁਹਾਡਾ ਰਿਐਕਸ਼ਨ ਕੀ ਹੈ? ਤੁਹਾਨੂੰ ਨਹੀਂ ਲੱਗਦਾ ਕਿ ਵਧੀਆ ਖਬਰ ਹੈ ਤੁਹਾਡੇ ਲਈ? जी खबर तो बहुत बड़ी है, आप सही कह ਫਿਰ रहे हैं। ਵੱਡੀ ਜਿੱਤ ਨਹੀਂ ਕਹਿੰਦੇ ਹੋ ਤੁਸੀਂ? हाँ, इससे मैं सहमत हूँ, लेकिन वो हमारे लिए कितना खुशी पहुँचाएगी उसको मैं पूरी तरह से नहीं कह सकता, ਅੱਛਾ क्योंकि ਇਹ ਡਾਊਟ ਹੈ ਤੁਹਾਨੂੰ? डाउट का कारण क्या है? बिल्कुल डाउट का कारण ये है कि आप देखें कि 2018 से हम निरंतर अपने जो समस्याएं हैं उनको अपने कंपनी प्रबंधक के सामने रखते रहे हैं लगातार, लेकिन वो आज तक उसका कोई भी सॉर्ट आउट नहीं किया गया। उसके अंत में जब वो लास्ट स्टेज में पहुंचता है, अभी 2022 में तालाबंदी करके उस पर ब्रेक डाल दिया गया, उन चीज़ों पे, उन समस्याओं पे, उन डिमांड पे ब्रेक डाल दिया गया। अच्छा, इसके पहले इन्होंने इतनी बार छला है, जैसे कि हमसे बात कुछ हुई है और बाहर निकल के कुछ बातें हो जा रही। पहली वार्ताओं में कुछ बात हुई है, अगर हम उसका खुशी मना रहे हैं तो नेक्स्ट अगली वार्ता में जब हम समझते हैं कि चीज़ें सॉर्ट आउट होने के कगार पे हैं तो वहाँ पे फिर नए तरीके से शुरू हो जा रही हैं। अब जो तालाबंदी खुलने जा रही है, क्या लगता है कुछ आसार हैं समझौते के? जी अभी हम पहले से कुछ नहीं कह सकते। हाँ, अगर एक कदम वो बड़े हैं, उनको एक तरह से दिखाया जाए, चाहे वो सरकारी दबाव में हो चाहे प्रशासन के दबाव में हो, एक कदम बढ़ने की पहल तो उन्होंने की है, इसको मानेंगे पहल हुई है उधर से? ठीक है, मैं मानता हूँ पहल किया है, लेकिन पहल तो तभी माना जाएगा जब वो उसी रूप में आगे बढ़े। ठीक है, पहल उसी रूप में मनी जाएगी कहते कि जब पुराने रूप ਦੇ ਵਿੱਚ ਅੱਗੇ ਵਧਣ। ਦਲਜੀਤ ਭਾਜੀ ਤੁਸੀਂ ਇੱਧਰ ਆਓ ਥੋੜਾ ਜਿਹਾ, ਤੁਸੀਂ ਕਿਉਂਕਿ ਪੰਜਾਬੀ ਵਧੀਆ ਬੋਲਦੇ ਨੇ, ਸਾਡੇ ਆਡੀਅנס ਪੰਜਾਬੀ ਦੇ ਹੈਗੇ, ਦਰਸ਼ਕ ਜ਼ਿਆਦਾ ਹੈਗੇ ਆ। ਅੱਛਾ, ਹੁਣ ਤੁਹਾਡਾ ਰਿਐਕਸ਼ਨ ਕੀ ਹੈ? ਤੁਹਾਡੀ ਆਪਸੀ ਸਹਿਮਤੀ ਕੀ ਬਣੀ ਹੈ ਤੁਹਾਡੇ, ਕਿਉਂਕਿ ਤੁਸੀਂ ਅਧਿਕਸ਼ ਹੋ ਤੇ 500 ਮਜ਼ਦੂਰਾਂ ਦੇ ਪਰਿਵਾਰਾਂ ਦੀ ਇਹ ਗੱਲ ਹੈ। ਹੁਣ ਤੁਸੀਂ ਆਪਸੀ ਤੁਹਾਡੀ ਮੀਟਿੰਗ ਹੋਈ ਹੈ, ਉਹਦੇ 'ਚ ਕੀ ਡਿਸੀਜਨ ਲਿਆ ਗਿਆ ਜਿਹੜਾ ਕੰਪਨੀ ਵੱਲੋਂ ਪਹਿਲ ਕੀਤੀ ਗਈ ਹੈ ਵੀ ਤਾਲਾਬੰਦੀ ਖੋਲਣ ਜਾ ਰਹੇ ਨੇ? ਤੁਹਾਡੀ ਸਹਿਮਤੀ ਕੀ ਬਣੀ ਹੈ ਹੁਣ? ਦੇਖੋ, ਅਸੀਂ ਮੀਟਿੰਗ ਅੱਜ ਤੇ ਅਸੀਂ ਕਮਾਈਓ ਕਮਿਸ਼ਨਰ ਮਹੋਦਯ ਨੂੰ ਮਿਲਣ ਗਏ ਸਾਂ ਬੱਚਿਆਂ ਨੂੰ। ਠੀਕ ਹੈ, ਅੱਜ ਤੇ ਅਸੀਂ ਮੀਟਿੰਗ ਨਹੀਂ ਕਰ ਪਾਏ, ਲੇਕਿਨ ਕੱਲ ਅਸੀਂ ਮੀਟਿੰਗ ਕਰਾਂਗੇ ਔਰ ਫਿਰ ਅਸੀਂ ਆਮ ਸਭਾ ਕਰਾਂਗੇ। ਆਪਣੇ ਲੋਕ ਨੇ, ਸਾਡੇ ਪਰਿਵਾਰ ਨੇ, ਸਾਡੇ ਲੋਕ ਨਹੀਂ ਹੈ, ਸਾਡੇ ਪਰਿਵਾਰ ਨੇ ਜੀ। ਅਸੀਂ ਇਹਨਾਂ ਪਰਿਵਾਰਾਂ ਤੋਂ ਬਹਿ ਕੇ ਗੱਲਬਾਤ ਕਰਾਂਗੇ, ਡਿਸਕਸ ਕਰਾਂਗੇ, ਵਿਚਾਰ ਕਰਾਂਗੇ ਕਿ ਅੱਗੇ ਕੀ ਕਿਵੇਂ ਦੀ ਰਣਨੀਤੀ ਬਣਾਈ ਜਾਏ, ਕਿਸ ਰੂਪ 'ਚ ਅੱਗੇ ਕੰਮ ਕੀਤਾ ਜਾਏ ਔਰ ਕੀ ਕੀਤਾ ਜਾਏ। ਜੋ ਕੰਪਨੀ ਨੇ ਜੋ ਠੀਕ ਹੈ ਕਦਮ ਜੇ ਵਧਾਇਆ, ਤੁਸੀਂ ਕਹਿ ਰਹੇ ਹੋ ਸਕਾਰਾਤਮਕ, ਜੇ ਜਿਸ ਤਰ੍ਹਾਂ ਮਿਸ਼ਰਾ ਜੀ ਨੇ ਤੁਹਾਨੂੰ ਦੱਸਿਆ ਕਿ ਸਕਾਰਾਤਮਕ ਕਦਮ ਵਧਾਇਆ, ਲੇਕਿਨ ਉਹ ਉਸ ਰੂਪ 'ਚ ਅੱਗੇ ਵਧਦਾ ਰਹੇ ਤੇ ਤਾਂ ਹੀ ਫਾਇਦਾ ਹੈ। ਮਤਲਬ ਜੇ ਹੁਣ ਇੱਕ ਤਰਫਾ ਗੇਟ ਖੋਲਤਾ, ਅੰਦਰ ਜਾ ਕੇ ਕੋਈ ਛੜਯੰਤਰ ਕਰਨ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰਨ ਜਿਹੜਾ ਕਿ ਗੇਟ ਖੁੱਲਿਆ ਔਰ ਨਾ ਖੁੱਲਿਆ ਦਾ ਬਰਾਬਰ ਪਤਾ ਹੀ ਨਾ ਲੱਗੇ ਜੀ। ਤੇ ਇੱਕ ਕਰਕੇ ਔਰ ਦੂਜਾ ਮੈਂ ਇਹ ਵੀ ਕਹਿਣਾ, ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹਨਾ ਕਿ ਜਿਹੜੇ ਸੰਗਠਨਾਂ ਨੇ ਸਾਡੀ ਮਦਦ ਕੀਤੀ ਹੈ, ਜਿਵੇਂ ਕਿਸਾਨ ਸੰਗਠਨਾਂ ਨੇ, ਸੰਯੁਕਤ ਮੋਰਚਾ ਕਿਸਾਨ, ਸੰਯੁਕਤ ਮੋਰਚਾ, ਮੈਂ ਸਾਰਿਆਂ ਦਾ ਧੰਨਵਾਦ ਆਪ ਜੀ ਦੇ ਟੈਲੀਕਾਸਟ ਦੇ ਮਾਧਿਅਮ ਤੋਂ ਕਹਿਣਾ ਚਾਹਨਾ। ਜਿਵੇਂ ਕਿ ਭਾਰਤੀ ਕਿਸਾਨ ਯੂਨੀਅਨ ਹੋਈ ਜਾਂ ਭਾਰਤੀ ਕਿਸਾਨ ਯੂਨੀਅਨ ਚਡੂਨੀ ਹੋਈ ਜਾਂ ਜਿੰਨੀ ਵੀ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚੇ ਵਿੱਚ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ, ਟੋਟਲ ਨੇ ਮਤਲਬ ਸਾਡੀ ਹੈਲਪ ਕੀਤੀ ਹੈ ਔਰ ਲਗਾਤਾਰ। ਔਰ ਇੱਥੇ 36000 ਦਾ ਤੇ ਇੱਕ ਵਾਰ 'ਚ ਹੀ ਮਤਲਬ ਉਹ ਰਾਸ਼ਨ ਸਾਨੂੰ ਦੇ ਕੇ ਗਏ ਨੇ ਭਾਰਤੀ ਕਿਸਾਨ ਯੂਨੀਅਨ ਵੱਲੋਂ। ਹੋਰ ਵੀ ਜਥੇਬੰਦੀਆਂ ਲਗਾਤਾਰ ਆ ਕੇ ਸਾਡਾ ਸਮਰਥਨ ਕੀਤਾ ਹੈ ਔਰ ਪੂਰਾ ਭਰੋਸਾ ਦਿੱਤਾ ਹੈ ਔਰ ਹਜੇ ਵੀ ਮੈਨੂੰ ਲਗਾਤਾਰ ਫੋਨ ਤੇ ਵੀ ਕਿ ਤੂੰ ਚਿੰਤਾ ਨਾ ਕਰ, ਇਹ ਜਿੰਨਾ ਚਿਰ ਲੜਨਾ ਚਾਹੇਗਾ। ਪਿੱਛੋਂ ਬੈਕਅਪ ਮਿਲਦਾ ਸੀ, ਉਹਦਾ ਹਿੰਮਤ ਮਿਲਦੀ ਭਾਜੀ। ਮੈਂ ਨਾ ਜੀ ਪਿੱਛੋਂ ਪੂਰਾ ਹੱਥ ਹੀ ਕਿ ਤੇਰਾ ਸਾਲ ਚੱਲੇ 2 ਸਾਲ ਚੱਲੇ, ਅਸੀਂ ਤਿਆਰ ਹਾਂ ਤੇਰੇ ਨਾਲ। ਕੀ ਬਾਤ ਹੈ, ਬਿਲਕੁਲ। ਮਤਲਬ ਬੜੀ ਵੱਡੀ ਹਿੰਮਤ ਮਿਲੀ ਹੈ। ਬਿਲਕੁਲ ਜੀ, ਉਹ ਮਤਲਬ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਜੀ। ਉਹਨਾਂ ਨੇ ਜੋ ਮੇਰੇ ਉੱਤੇ ਜੋ ਸਪੋਰਟ ਸਾਡੀ ਕੀਤੀ ਸੰਗਠਨ ਦੀ, ਭਈ ਲਗਾਤਾਰ ਫੋਨ ਤੇ ਗੱਲ ਕਰਨੀ, ਤੇ ਉਹਨਾਂ ਨੇ ਮਤਲਬ ਮੇਰਾ ਹੌਸਲਾ ਇਸ ਤਰ੍ਹਾਂ ਵਧਾਉਣਾ ਕਿ ਤੂੰ ਚਿੰਤਾ ਕਿਉਂ ਕਰਨਾ ਹੈ, ਤੈਨੂੰ 1 ਪੀਪਾ ਚਾਹੀਦਾ, ਤੈਨੂੰ 4 ਪੀਪੇ ਪਹੁੰਚਾਉਂਗਾ। ਔਰ ਉਹਨਾਂ ਨੇ ਵਿਖਾਇਆ ਵੀ ਭਈ ਸਾਨੂੰ 1 ਪੀਪਾ ਤੇਲ ਦੀ ਲੋੜ ਹੈ ਤੇ 4 ਪੀਪੇ ਤੇਲ ਦੇ। ਗੱਲ ਹੋ ਗਈ ਉਹਨਾਂ ਦੀ ਸਪੋਰਟ ਦੀ। ਹੁਣ 6 ਤਰੀਕ ਨੂੰ ਉਹਨਾਂ ਵੱਲੋਂ ਸੱਦਾ ਦਿੱਤਾ ਗਿਆ, ਆਓ ਮਿਲ ਜੁਲ ਕੇ ਆਪਾਂ ਅੱਗੇ ਵਧਾਈਏ ਤੇ ਤੁਹਾਡੇ ਤੋਂ ਸਹਿਯੋਗ ਦੀ ਮੰਗ ਕੀਤੀ, ਸਪੋਰਟ ਦੀ ਮੰਗ ਕੀਤੀ ਹੈ। ਹੁਣ ਤੁਸੀਂ ਕੀ ਆਸ਼ਵਾਸਨ ਦੇਣਾ ਚਾਹੁੰਦੇ ਹੋ? ਦੇਖੋ ਜੀ, ਮੇਰਾ ਆਸ਼ਵਾਸਨ ਇਹੀ ਹੈ ਕਿ ਨਾ ਤੇ ਅਸੀਂ ਪਹਿਲੋਂ
ਐਦਾਂ ਦਾ ਕੰਮ ਕੀਤਾ ਵੀ ਅਸੀਂ ਕੰਮ ਨਾ ਕੀਤਾ ਹੋਇਆ ਔਰ ਨਾ ਹੁਣ ਅੰਦਰ ਜਾ ਕੇ ਹੀ ਇਦਾਂ ਦਾ ਕੰਮ ਕਰਾਂਗੇ। ਅਸੀਂ ਪਹਿਲੇ ਵੀ ਕੰਮ ਕਰਦੇ ਸੀ ਬੀਬੇ ਬੱਚੇ ਬਣ ਕੇ, ਹੁਣ ਅੱਗੇ ਵੀ ਕਰਾਂਗੇ। ਲੇਕਿਨ ਕੰਪਨੀ ਨੂੰ ਸੋਚਣਾ ਪਏਗਾ ਕਿ ਯਾਰ ਕੰਮ ਕਰਦੇ ਨੇ, ਮਿਹਨਤੀ ਮੁੰਡੇ ਨੇ, ਇਹਨਾਂ ਦੇ ਵਾਸਤੇ, ਇਹਨਾਂ ਦੇ ਪਰਿਵਾਰਾਂ ਵਾਸਤੇ ਵੀ ਕੁਝ ਸੋਚਿਆ ਜਾਏ। ਇਹਨਾਂ ਨੂੰ ਵੀ ਹੱਕ ਹੈ ਅੱਗੇ ਵਧਣ ਦਾ, ਇਹਨਾਂ ਨੂੰ ਵੀ, ਇਹਨਾਂ ਦੇ ਵੀ ਬੱਚੇ ਨੇ। ਜਿਸ ਤਰ੍ਹਾਂ ਮੈਂ ਅਲਟੋ ਤੇ ਬਹਿਨਾ ਤੇ ਮੈਨੂੰ ਇਹ ਆਸਾਰ ਹੈ ਕਿ ਯਾਰ ਮੇਰੇ ਕੋਲ ਤਰੱਕੀ ਹੋਈ ਹੈ, ਮੇਰੀ ਅਲਟੋ ਤੋਂ ਬਾਅਦ i10 ਆਈ ਹੈ, i20 ਆਈ ਹੈ। ਜਿਵੇਂ ਕੰਪਨੀ ਤਰੱਕੀ ਕਰੇਗੇ ਤੁਸੀਂ ਚਾਹੁੰਦੇ ਕਿ ਥੋੜੀ ਸਾਨੂੰ ਵੀ ਤਰੱਕੀ ਮਿਲੇ। ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਸਾਨੂੰ ਵੱਡੀ ਕਾਰ ਚਾਹੀਦੀ ਹੈ ਭਾਜੀ, ਅਸੀਂ ਚਾਹੁੰਦੇ ਕਿ ਸਾਡੇ ਬੱਚੇ ਪੜ ਜਾਣ, ਸਾਡੇ ਪਰਿਵਾਰ ਖੁਸ਼ੀ ਦੇ ਨਾਲ ਫੁੱਲਣ ਥੋੜਾ ਜਿਹਾ। ਇਹ ਨਹੀਂ ਕਿ ਮਤਲਬ ਇਹ ਕੰਪਨੀ ਤੇ ਇੱਕ ਕੰਪਨੀ ਤੋਂ ਮੈਂ ਤੁਹਾਨੂੰ ਦੱਸ ਰਿਹਾ ਭਈ ਇਹ 3 ਕੰਪਨੀਆਂ ਬਣ ਗਈਆਂ ਨੇ, ਲੇਕਿਨ ਸਾਡਾ ਤੇ ਇੱਕ ਇੱਥੇ ਮਕਾਨ ਨਹੀਂ ਪਾ ਸਕੇ ਲੋਕ, ਉਹ ਵੀ ਮਤਲਬ ਚੁੱਕ ਕੇ ਕਰਜ਼ੇ ਤੇ, ਮਤਲਬ 100 ਗਜ ਦਾ ਪਲਾਟ ਲੈ ਕੇ ਲੋਕਾਂ ਨੇ ਤਿਆਰ ਕੀਤਾ, ਉਹ ਕਰਜ਼ੇ ਥੱਲੇ ਦੱਬੇ ਨੇ। ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਤਰੱਕੀ ਕਰੋ, ਇਹ ਵੀ ਤਰੱਕੀ ਕਰਨ। ਤੇ ਹੈਵੀ ਇੰਜੀਨੀਅਰਿੰਗ ਕੰਪਨੀ ਹੈ, ਅਰਬਾਂ ਖਰਬਾਂ ਰੁਪਈਆਂ ਦੀ ਪ੍ਰਾਪਰਟੀ ਹੈ, ਤੁਸੀਂ ਇੰਨਾ ਕਮਾਇਆ ਵੀ ਹੈ ਔਰ ਤੁਸੀਂ ਥੋੜਾ ਜਿਹਾ ਆਪ ਵੀ ਕਮਾਓ, ਲੇਕਿਨ ਇਹਨਾਂ ਦਾ ਧਿਆਨ ਰੱਖੋ। ਤੁਹਾਡੀ ਸਾਰੀ ਗੱਲ ਕੰਪਨੀ ਵਾਲੇ ਦੇਖ ਰਹੇ ਹੋਣੇ ਆ। ਸੋ ਇਹ ਵੱਡੀ ਅਪਡੇਟ ਸੀ। 14 ਤਰੀਕ ਨੂੰ ਕਿਸਾਨ ਮਹਾਪੰਚਾਇਤ ਦਾ ਵੀ ਐਲਾਨ ਕੀਤਾ ਗਿਆ ਸੀ। ਰਾਕੇਸ਼ ਟਿਕੈਤ ਸਾਹਿਬ ਜਿਹੜੇ ਨੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਅਧਿਕਸ਼ ਅਤੇ ਜੋਗਿੰਦਰ ਸਿੰਘ ਉਗਰਾਹਾ, ਉਹਨਾਂ ਨੇ ਆ ਕੇ ਇੱਥੇ ਮਹਾਪੰਚਾਇਤ ਕਰਨੀ ਸੀ ਇਹਦੇ ਵਿਰੋਧ 'ਚ। ਲੇਕਿਨ ਉਸੇ ਦਰਮਿਆਨ ਅੱਜ ਖਬਰ ਆਈ ਹੈ ਕਿ ਕੰਪਨੀ 6 ਤਰੀਕ ਨੂੰ ਤਾਲਾਬੰਦੀ ਖੋਲਣ ਜਾ ਰਹੀ ਹੈ। ਗੱਲਬਾਤ ਕਰਦੇ ਆ ਭਾਜੀ, ਜਿਹੜੀ ਕਿਸਾਨ ਮਹਾਪੰਚਾਇਤ ਹੈ ਫਿਰ ਉਹ ਰਹੇਗੀ ਜਾਂ ਕੈਂਸਲ ਹੋ ਜਾਏਗੀ? ਤਾਲਾਬੰਦੀ ਤਾਂ ਖੋਲ ਰਹੇ ਨੇ। ਦੇਖੋ ਜੀ, ਤਾਲਾਬੰਦੀ ਖੋਲੀ, ਲੇਕਿਨ ਜਿਹੜਾ ਅਸੀਂ ਜ਼ਬਾਨ ਦੇ ਚੁੱਕੇ ਹਾਂ ਉਹ ਤੇ ਅਸੀਂ ਕਰਾਂਗੇ। ਟਿਕੈਤ ਸਾਹਿਬ ਆਉਣਗੇ? ਬਿਲਕੁਲ ਗਰਜਣਗੇ ਜੀ, ਆਉਣਗੇ। ਟਿਕੈਤ ਸਾਹਿਬ ਆਉਣਗੇ, ਸਮੱਸਿਆ ਸਾਡੀਆਂ ਖਤਮ ਹੋ ਜਾਣਗੀਆਂ, ਲੇਕਿਨ ਪੂਰੇ ਸਮਾਜ 'ਚ ਸਿੜਕੂਲੇ। ਤੇ ਉਸੇ ਤਰ੍ਹਾਂ ਹੀ ਪੂਰਾ ਵੱਡਾ ਇਕੱਠ ਕਰੋਗੇ? ਪ੍ਰਸ਼ਾਸਨ ਦੀ ਅਨੁਮਤੀ ਵਗੈਰਾ ਮਿਲ ਚੁੱਕੀ ਹੈ? ਬਿਲਕੁਲ ਪ੍ਰਸ਼ਾਸਨ ਦੀ ਅਨੁਮਤੀ, ਮਤਲਬ ਅਸੀਂ ਆਪਣੀ ਹੱਕ ਚੁੱਕਣ ਦਾ ਸੰਵਿਧਾਨਿਕ ਅਧਿਕਾਰ ਹੈ ਸਾਡਾ। ਅਸੀਂ ਕਿਉਂ ਪ੍ਰਸ਼ਾਸਨ ਨੂੰ ਕਹਾਂਗੇ ਵੀ ਉਹਨੂੰ ਹੱਕ ਦੇ? ਸੋ ਸਾਨੂੰ ਲੱਗਦਾ ਸੀ ਕਿ ਮਾਮਲਾ ਇੱਥੇ ਰੁਕ ਗਿਆ ਹੈ, ਲੇਕਿਨ ਇਹਨਾਂ ਦੇ ਰਿਐਕਸ਼ਨ ਦੇ ਨਾਲ ਲੱਗਦਾ ਹੈ ਕਿ ਸ਼ਾਇਦ ਇਹ ਮਾਮਲਾ ਅਜੇ ਲੰਮਾ ਚੱਲ ਸਕਦਾ ਹੈ, ਕਿਉਂਕਿ ਇਹਨਾਂ ਦੀ ਜਿਹੜੇ ਅਸੀਂ ਰਿਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਹੈ, ਕਹਿੰਦੇ ਆ ਕਿ ਜਿਹੜੀ ਤਾਲਾਬੰਦੀ ਨਾ ਤੇ ਅਸੀਂ ਕੀਤੀ ਸੀ ਨਾ ਅਸੀਂ ਖੋਲੀ ਹੈ, ਉਹਨਾਂ ਨੇ ਆਪਣੇ ਤਾਲਾਬੰਦੀ ਕੀਤੀ ਸੀ ਤੇ ਆਪੇ ਹੀ ਖੋਲ ਰਹੇ ਨੇ। ਉਸ ਤੋਂ ਇਲਾਵਾ ਜਿਹੜੀਆਂ ਇਹਨਾਂ ਦੀ ਮੰਗਾਂ ਹੈਗੀਆਂ ਉਹਦੇ ਵੱਲੇ ਅਜੇ ਕੋਈ ਪਹਿਲ ਨਹੀਂ ਹੋਈ। ਤੁਹਾਨੂੰ ਇਹ ਕਹਿਣਾ ਹੈ ਤੁਹਾਡਾ? हम देखो यही कहना चाहते हैं कि लड़ाई हमारे 2 पक्षों की है, प्रबंधक मालिक की और हमारी। अगर ये मामला जैसे आज तालाबंदी किसी तीसरे पर्सन को ना लेके जो है ये खोली गई है, अगर इसी तरह ये थोड़ा सा डाउट है ਤੁਹਾਨੂੰ? है जी, इसी तरह अगर सकारात्मक रूप में चीजें आगे बढ़ेंगी तो हम हमेशा जो है इनने 1 कदम बढ़ाया, हम 2 कदम बढ़ के आगे। अच्छा, ये तालाबंदी जे खोलन जा रही है, जे ਤੁਹਾਨੂੰ ਨਾਲ ਲੈ ਕੇ ਖੋਲੀ ਜਾਂਦੀ, ਤੁਹਾਡੇ ਨਾਲ ਗੱਲਬਾਤ ਕਰਕੇ ਖੋਲੀ, ਫਿਰ ਦੁਗਣੀ ਖੁਸ਼ੀ ਹੋਣੀ ਸੀ। ਬਿਲਕੁਲ ਜੀ, ਬਿਲਕੁਲ। ਕਿਉਂਕਿ ਇੱਕ ਸਕਾਰਾਤਮਕ ਪਹਿਲ ਹੁੰਦੀ ਹੈ ਜੀ ਯੂਨੀਅਨ ਦੇ ਪ੍ਰਤੀਨਿਧਿਤ ਮੰਡਲ ਜੋ ਚੁਣਿਆ ਹੈ, ਮਤਲਬ 500 ਲੋਕਾਂ ਨੇ ਸਾਨੂੰ ਪ੍ਰਤੀਨਿਧੀ ਬਣਾਇਆ, ਅੱਗੇ ਚੁਣਿਆ। ਤੇ ਜੇ ਸਾਨੂੰ ਮਤਲਬ ਬੁਲਾ ਕੇ ਟੇਬਲ ਟਾਕ ਕਰਕੇ ਕੋਈ ਰਸਤਾ ਕੱਢਣ ਦੀ ਕੋਸ਼ਿਸ਼ ਕਰਦੇ ਕਿ ਚਲੋ ਠੀਕ ਹੈ ਤੁਹਾਡਾ ਡਿਮਾਂਡ ਆਫ ਚਾਰਟਰ ਇੰਨੇ ਦਾ 6 ਨੇ, ਕਹਿੰਦੇ ਚਲੋ ਠੀਕ ਹੈ ਅਸੀਂ ਜਿਹੜੀਆਂ 3 ਜਾਂ 4 ਮੰਗਾਂ ਨੇ ਉਹ ਤੁਹਾਡੀਆਂ ਉੱਤੇ ਗੱਲ ਕਰਨੇ ਆ, ਜਾਂ 2 ਮੰਗਾਂ ਫਿਲਹਾਲ ਇੱਕਦਮ ਕਰਨੇ ਆ, ਬਾਕੀ ਦੀਆਂ ਆਪਾਂ ਬਹਿ ਕੇ ਅੰਦਰ ਡਿਸਕਸ ਕਰ ਲਾਂਗੇ, ਤਾਂ ਜ਼ਿਆਦਾ ਖੁਸ਼ੀ ਹੋਣੀ ਸੀ। ਉਹ ਜ਼ਿਆਦਾ ਖੁਸ਼ੀ ਹੋਣੀ। ਚਲੋ ਖੈਰ, ਕਹਿੰਦੇ ਵੱਡੀ ਬ੍ਰੇਕਿੰਗ ਨਿਊਜ਼ ਸੀ। ਸਿੱਖ ਸੰਗਤ ਨਿਊਜ਼ ਨੇ ਪੂਰਾ ਇੰਟਰਾਕ ਕੰਪਨੀ ਦੇ ਮਜ਼ਦੂਰਾਂ ਦਾ ਜਿਹੜਾ ਅੰਦੋਲਨ ਹੈ ਉਹ ਪੂਰਾ ਕਵਰ ਕਰਕੇ ਦਿਖਾਇਆ ਹੈ। ਦੇਸ਼ ਵਿਦੇਸ਼ ਤੱਕ ਇਹ ਕੰਪਨੀ ਦੀਆਂ ਜਿਹੜੇ ਮਜ਼ਦੂਰਾਂ ਦੀ ਜਿਹੜੀ ਮੰਗਾਂ ਨੇ ਉਹ ਪਹੁੰਚਾਉਣ ਦੀ ਸ਼ਾਸਨ ਪ੍ਰਸ਼ਾਸਨ ਤੱਕ ਕੋਸ਼ਿਸ਼ ਕੀਤੀ ਹੈ। ਉਹਦੇ ਵਿੱਚ ਹੀ ਵੱਡੀ ਅਪਡੇਟ ਹੁੰਦੀ ਕਿ 6 ਤਰੀਕ ਨੂੰ ਇੰਟਰਾਕ ਕੰਪਨੀ ਜਿਹੜੀ ਹੈ ਉਹ ਤਾਲਾਬੰਦੀ ਖੋਲਣ ਜਾ ਰਹੀ ਹੈ। ਸਾਨੂੰ ਲੱਗਿਆ ਸੀ ਕਿ ਬਹੁਤ ਵੱਡੀ ਖਬਰ ਹੈ, ਮਜ਼ਦੂਰਾਂ ਦੇ ਲਈ ਇੱਕ ਰਾਹਤ ਦੀ ਖਬਰ ਹੈ, ਲੇਕਿਨ ਇਹਨਾਂ ਦੇ ਰਿਐਕਸ਼ਨ ਦੇ ਨਾਲ ਲੱਗਦਾ ਹੈ ਕਿ ਇਹ ਲੜਾਈ ਜਿਹੜੀ ਹੈ ਉਹ ਅਜੇ ਲੰਮੀ ਚੱਲਣ ਦੇ ਆਸਾਰ ਨੇ। 14 ਤਰੀਕ ਨੂੰ ਕਿਸਾਨ ਮਹਾਪੰਚਾਇਤ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਰਾਕੇਸ਼ ਟਿਕੈਤ ਸਾਹਿਬ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਅਧਿਕਸ਼ ਨੇ ਅਤੇ ਜੋਗਿੰਦਰ ਸਿੰਘ ਉਗਰਾਹਾ ਜਿਹੜੇ ਕਿਸਾਨੀ ਚਿਹਰੇ ਵੱਡੇ ਨੇ ਉਹ ਵੀ ਇੱਥੇ ਆ ਕੇ ਇਹਨਾਂ ਨੂੰ ਸਪੋਰਟ ਕਰਨਗੇ। ਸੋ ਕੱਲ ਅਸੀਂ ਕੋਸ਼ਿਸ਼ ਕਰਾਂਗੇ ਇੰਟਰਾਕ ਕੰਪਨੀ ਦੇ ਜਿਹੜੇ ਮੈਨੇਜਰ ਨੇ ਜਾਂ ਇਹਨਾਂ ਤੋਂ ਕੰਪਨੀ ਤੋਂ ਸੰਬੰਧਿਤ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦਾ ਕੀ ਰਿਐਕਸ਼ਨ ਹੈ ਜਿਹੜੀ ਤਾਲਾਬੰਦੀ ਖੁੱਲਣ ਜਾ ਰਹੀ ਹੈ, ਇਹਨਾਂ ਦੀ ਜਿਹੜੀ ਬਾਕੀ ਮੰਗਾਂ ਨੇ ਉਹਦੇ ਤੇ ਕਿੰਨਾ ਕੁ ਵਿਚਾਰ ਕਰ ਰਹੇ ਨੇ। ਸੋ ਤੁਸੀਂ ਆਪਣੇ ਕਮੈਂਟ ਇਹਦੇ ਵਿੱਚ ਜ਼ਰੂਰ ਕਰ ਦਿਆ ਜੇ ਤੁਸੀਂ ਇਸ ਸਾਰੇ ਮਸਲੇ ਨੂੰ ਕਿੱਦਾਂ ਦੇਖਦੇ ਹੋ। ਹਰਵਿੰਦਰ ਸਿੰਘ ਚਾਵਲਾ ਦੇ ਨਾਲ ਜੁੜੇ ਰਹੋ ਸਿੱਖ ਸੰਗਤ ਨਿਊਜ਼। ਧੰਨਵਾਦ ਜੀ।